ਹੈਲੋ ਸਟੂਡੈਂਟਸ। तो पिछले ਲੈਕਚਰ ਦੇ ਵਿੱਚ ਅਸੀਂ ਜਿਹੜਾ ਸੀਗਾ ਲੋਜ਼ ਆਫ ਨੇਚਰ ਐਕਸਪਲੇਨ ਕੀਤੇ ਸੀਗੇ। ਅੱਜ ਨੈਕਸਟ ਟੌਪਿਕ ਜਿਹੜਾ ਫਿਜ਼ਿਕਸ ਦਾ ਵਾ ਉਹ 'ਚ ਕੀ ਆ, ਸਮ ਪਰਫਿਕਸਿਸ ਯੂਜ਼ਡ ਫॉर ਬਿਗ ਮੇਜਰਮੈਂਟਸ। ਜਦੋਂ ਅਸੀਂ ਵੱਡੇ ਲੈਵਲ 'ਤੇ ਕੋਈ ਮੇਜ਼ਰਮੈਂਟ ਕਰਨੀ ਹੁੰਦੀ ਹੈ ਉਦੋਂ ਅਸੀਂ ਕੁਆਂਟੀਟੀਜ਼ ਦੇ ਮੂਹਰੇ ਇੱਕ ਪਰਫਿਕਸ ਯੂਜ਼ ਕਰਦੇ ਹਾਂ। ਉਹ ਕਿਹੜੇ ਕਿਹੜੇ ਪਰਫਿਕਸ ਆ ਉਹ ਤੁਸੀਂ ਧਿਆਨ ਨਾਲ ਦੇਖਣੇ ਆ। ਫਸਟ ਇਜ਼ ਡੈਕਾ। ਡੈਕਾ ਜਿੱਥੇ ਲਿਖਿਆ ਗਿਆ ਉਹਦਾ ਮਤਲਬ ਕੀ ਆ 10 ਦੀ ਪਾਵਰ 1 ਜਾਂ 10। ਜਿੱਦਾਂ ਆਪਾਂ ਸ਼ੋਰਟ 'ਚ ਕਹਿ ਦਈਏ 1 ਡੈਕਾ ਮੀਟਰ, ਉਹਦਾ ਮਤਲਬ ਕੀ ਆ 10 ਮੀਟਰ। ਆਪਾਂ ਕਹਿ ਦਈਏ 1 ਡੈਕਾ ਗ੍ਰਾਮ, ਉਹਦਾ ਮਤਲਬ ਕੀ ਆ 10 ਗ੍ਰਾਮ। ਠੀਕ ਹੈ ਜੀ। ਸੋ ਡੈਕਾ ਸਟੈਂਡਸ ਫੋਰ 10 ਅਤੇ ਇਹਦਾ ਸਿੰਬਲ ਕੀ ਆਪਾਂ ਯੂਜ਼ ਕਰਨਾ DA। ਨੈਕਸਟ ਪ੍ਰਫਿਕਸ ਹੈਗਾ ਹੈਕਟੋ। ਹੈਕਟੋ ਦਾ ਸਿੰਬਲ ਕੀ ਹੈ H। ਹੈਕਟੋ ਦਾ ਮਤਲਬ ਕੀ ਹੈ 10⁻²। ਦੈਟ ਮੀਨਸ 100 ਮੀਨਸ ਜਿੱਥੇ ਆਪਾਂ ਹੈਕਟੋਮੀਟਰ ਕਹਿਤਾ, ਹੈਕਟੋਮੀਟਰ ਉਹਦਾ ਮਤਲਬ ਕੀ ਹੈ 100 ਮੀਟਰ। ਜਿੱਥੇ ਆਪਾਂ ਕਹਿਤਾ ਹੈਕਟੋਗ੍ਰਾਮ 100 ਗ੍ਰਾਮ। ਹੈਕਟੋ ਅਤੇ ਡੈਕਾ ਇਹ ਬਹੁਤ ਘੱਟ ਯੂਜ਼ ਕਰਦੇ ਹਾਂ ਆਪਾਂ ਡੇਲੀ ਲਾਈਫ 'ਚ, ਬਹੁਤ ਘੱਟ ਯੂਜ਼ ਕਰਦੇ ਹਾਂ, ਪਰ ਇਹਨਾਂ ਦੇ ਮੀਨਿੰਗ ਤੁਸੀਂ ਯਾਦ ਕਰਨੇ ਆ। ਨੈਕਸਟ ਹੈਗਾ ਕਿਲੋ। ਇਹ ਤਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਆਪਾਂ। ਕਿਲੋ ਸਟੈਂਡਸ ਫੋਰ 1000। ਜਿੱਥੇ 1000 ਹੋਵੇ, ਜਿੱਦਾਂ ਆਪਾਂ ਬੋਲਣਾ ਹੋਵੇ 1 ਕਿਲੋਮੀਟਰ। 1 ਕਿਲੋਮੀਟਰ ਦਾ ਮਤਲਬ ਕੀ ਆ 1000 ਮੀਟਰ। 1 ਕਿਲੋਗ੍ਰਾਮ ਉਹਦਾ ਮਤਲਬ ਕੀ ਆ 1000 ਗ੍ਰਾਮ। ਦੈਟ ਮੀਨਸ ਕਿਲੋ ਸਟੈਂਡਸ ਫੋਰ 1000। ਤੋ ਜਿੱਥੇ ਵੀ ਕੇ ਲਿਖਿਆ ਹੁੰਦਾ ਨਾ, ਕਿਲੋ ਲਿਖਿਆ ਹੁੰਦਾ, ਉਹਦਾ ਮਤਲਬ ਕੀ ਆ 1000 ਕੁਆਂਟਿਟੀ ਨੂੰ ਇਹ ਰਿਪਰਜੈਂਟ ਕਰਦਾ ਪਿਆ। ਆਈਦਰ ਉਹਦੇ ਮਗਰ ਕੁਛ ਲਿਖਿਆ ਹੋਏਗਾ, ਯੂਨਿਟ ਲਿਖੀ ਹੋਏਗੀ ਕਿਲੋਮੀਟਰ, ਕਿਲੋਗ੍ਰਾਮ, ਅਤੇ ਉਹਦਾ ਮਤਲਬ ਕੀ ਆ 1000 ਗ੍ਰਾਮ, 1000 ਮੀਟਰ। ਨੈਕਸਟ ਇਜ਼ ਮੈਗਾ। ਇਹ ਵੱਡੀ ਯੂਨਿਟ ਆ ਵੀ ਮੈਗਾ। ਮੈਗਾ ਸਟੈਂਡਸ ਫੋਰ ਕੈਪੀਟਲ M ਇਹਦੇ ਲਈ ਯੂਜ਼ ਕਰਦੇ ਹਾਂ। ਕੈਪੀਟਲ M ਮੈਗਾ ਦੇ ਲਈ ਕੈਪੀਟਲ M। ਇਹਦਾ ਮਤਲਬ ਕੀ ਹੈ 10⁻6। ਮਤਲਬ 10⁻6 ਕਿੰਨਾ ਬਣ ਜੂਗਾ? 1 ਦੇ ਮਗਰ 6 ਜ਼ੀਰੋਆਂ। 1 ਦੇ ਮਗਰ 6 ਜ਼ੀਰੋਆਂ ਦਾ ਮਤਲਬ ਕੀ ਆ 10 ਲੱਖ। 10 ਲੱਖ ਵਾ ਇਹਦਾ ਮਤਲਬ। 10⁻6 ਦਾ ਮਤਲਬ ਕੀ ਆ 10 ਲੱਖ ਵਾ। 10 ਲੱਖ ਨੂੰ ਛੋਟ ਦੇ ਵਿੱਚ ਕਰਨ ਲਈ, ਜਿੱਦਾਂ ਹੁਣ ਮੈਂ ਕਹਿਣਾ ਹੋਵੇ 10 ਲੱਖ ਮੀਟਰ, ਉਹਦੇ ਨਾਲੋਂ ਬੈਟਰ ਮੈਂ ਕੀ ਬੋਲੂੰਗਾ 1 ਮੈਗਾਮੀਟਰ। ਜਿੱਦਾਂ ਮੈਂ ਬੋਲਣਾ ਹੋਵੇ 10 ਲੱਖ ਵਾਟ, ਉਹਦੇ ਨਾਲੋਂ ਬੈਟਰ ਮੈਂ ਕੀ ਬੋਲ ਦੂੰਗਾ 1 ਮੈਗਾਵਾਟ। ਮੈਗਾ ਇਹ ਮਤਲਬ ਇਹ ਸਾਰੇ ਪ੍ਰਫਿਕਸ ਨਾ ਆਪਣੀ ਕੁਆਂਟਿਟੀ ਰਿਪਰਜੈਂਟੇਸ਼ਨ ਨੂੰ ਛੋਟਾ ਕਰ ਦਿੰਦੇ ਆ ਅਤੇ ਸੌਖਾ ਕਰ ਦਿੰਦੇ ਆ। ਠੀਕ ਹੈ ਜੀ। ਵੱਡੀਆਂ ਕੁਆਂਟੀਟੀਆਂ ਨੂੰ ਅਸੀਂ ਸਿਰਫ ਇੱਕ ਵਰਡ ਨਾਲ ਬੋਲ ਦਿੰਦੇ ਹਾਂ, ਮੈਗਾਵਾਟ। ਮੈਗਾਵਾਟ ਦਾ ਮਤਲਬ ਕੀ ਆ 10 ਦੀ ਪਾਵਰ 6 ਵਾਟ। 10 ਦੀ ਪਾਵਰ 6 ਵਾਟ। ਜਿੱਦਾਂ ਮੈਂ ਬੋਲਿਆ ਮੈਗਾਗ੍ਰਾਮ। ਮੈਗਾਗ੍ਰਾਮ ਦਾ ਮਤਲਬ ਕੀ ਆ 10 ਦੀ ਪਾਵਰ 6 ਗ੍ਰਾਮ। ਮੈਗਾਮੀਟਰ ਬੋਲਿਆ ਉਹਦਾ ਮਤਲਬ ਕੀ ਆ 10 ਦੀ ਪਾਵਰ 6 ਮੀਟਰ। ਸੋ ਮੈਗਾ ਸਟੈਂਡਸ ਫੋਰ 10⁻6 ਵਿਚ ਮੀਨਸ 10 ਲੱਖ। ਠੀਕ ਹੈ। ਗੀਗਾ। ਨੈਕਸਟ ਇਹਦੀ ਵੱਡੀ ਯੂਨਿਟ ਹੁੰਦੀ ਆ ਗੀਗਾ। ਗੀਗਾ ਨੂੰ ਅਸੀਂ ਰਿਪਰਜੈਂਟ ਕਰਦੇ ਹਾਂ ਵੱਡੀ ਕੈਪੀਟਲ G ਦੇ ਨਾਲ। ਇਹਦਾ ਮਤਲਬ ਕੀ ਆ 10 ਦੀ ਪਾਵਰ 9। 10 ਦੀ ਪਾਵਰ 9 ਆ ਇਹਦਾ ਮਤਲਬ। 10 ਦੀ ਪਾਵਰ 9 ਹੋ ਗਿਆ ਮੀਨਸ ਮਿਲੀਅਨ, ਬਿਲੀਅਨ ਹੁੰਦੇ ਨਾ, ਜਿਹਦਾ ਮਿਲੀਅਨ ਤੋਂ ਬਾਅਦ ਬਿਲੀਅਨ, ਇਹ ਬਿਲੀਅਨ ਹੀ ਆ। ਠੀਕ ਹੈ ਜੀ। 10 ਦੀ ਪਾਵਰ 9। 1 ਦੇ ਮਗਰ 9 ਜ਼ੀਰੋਆਂ। ਜਿੱਦਾਂ 1 ਦੇ ਮਗਰ 9 ਜ਼ੀਰੋਆਂ ਪਾ ਕੇ ਜੋ ਕੁਆਂਟਿਟੀ ਬਣੀ ਉਹਦੇ ਮੈਂ ਨਾਲ ਲਿਖਤਾ ਮੀਟਰ, ਵੀ ਇੱਥੋਂ ਲੈ ਕੇ ਇੱਥੋਂ ਤੱਕ ਦੀ ਦੂਰੀ ਇੰਨੇ ਮੀਟਰ ਆ। ਉਹਨਾਂ ਨਾਲੋਂ ਬੈਟਰ ਆ ਮੈਂ ਕੀ ਕਹੂੰਗਾ ਗੀਗਾਮੀਟਰ। ਉਹਦੇ ਨਾਲੋਂ ਬੈਟਰ ਮੈਂ ਕੀ ਬੋਲੂੰਗਾ ਗੀਗਾਮੀਟਰ। ਸੋ ਗੀਗਾ ਰਿਪਰਜੈਂਟਸ ਫੋਰ 10⁻9। 1 ਦੇ ਮਗਰ 9 ਜ਼ੀਰੋਆਂ ਨੂੰ ਗੀਗਾ ਦੇ ਨਾਲ ਆਪਾਂ ਸ਼ੋਰਟ 'ਚ ਲਿਖ ਦਿੰਦੇ ਹਾਂ। ਨੈਕਸਟ ਹੈਗਾ ਟੈਰਾ। ਟੈਰਾ ਦਾ ਮਤਲਬ ਕੀ ਹੈ ਸਟੈਂਡਸ ਫੋਰ ਕੈਪੀਟਲ T ਨਾਲ ਇਹਨੂੰ ਰਿਪਰਜੈਂਟ ਕਰਦੇ ਹਾਂ। ਟੈਰਾ ਮਤਲਬ 10⁻12। 1 ਦੇ ਮਗਰ 12 ਜ਼ੀਰੋਆਂ ਨੂੰ ਜੇ ਸ਼ੋਰਟ 'ਚ ਲਿਖਣਾ ਹੋਵੇ ਫਿਰ ਅਸੀਂ ਕੀ ਕਰ ਦਿੰਦੇ ਹਾਂ ਟੈਰਾ ਵਾਟ, ਟੈਰਾ ਗ੍ਰਾਮ, ਟੈਰਾ ਮੀਟਰ ਇੱਦਾਂ ਯੂਜ਼ ਕਰਦੇ ਹਾਂ। ਅਤੇ ਜਨਰਲੀ ਆਪਾਂ ਜ਼ਿਆਦਾਤਰ ਇਹਦੇ ਵਿੱਚੋਂ ਕਿਲੋ ਹੀ ਯੂਜ਼ ਕਰਦੇ ਹਾਂ। ਜਨਰਲੀ ਆਪਾਂ ਜ਼ਿਆਦਾਤਰ ਇਹਦੇ ਵਿੱਚੋਂ ਕਿਲੋ ਯੂਜ਼ ਕਰਦੇ ਹਾਂ। ਕੁਝ ਕੁ ਇਲੈਕਟ੍ਰੀਸਿਟੀ ਦੇ ਵਿੱਚ ਅਸੀਂ ਮੈਗਾ ਯੂਜ਼ ਕਰਦੇ ਹਾਂ। ਹੁਣ ਇੱਕ ਗੱਲ ਆ ਗਈ ਕੰਪਿਊਟਰ ਯੂਨਿਟਸ ਦੀ। ਕੰਪਿਊਟਰ ਦੀ ਜਿਹੜੀ ਮੈਮਰੀ ਹੁੰਦੀ ਆ ਉਹਦੇ ਵਿੱਚ ਵੀ ਇਹ ਯੂਜ਼ ਹੁੰਦੀਆਂ, ਪਰ ਕੰਪਿਊਟਰ ਦੇ ਵਿੱਚ ਇਹਨਾਂ ਦਾ ਨਾ ਮੀਨਿੰਗ ਹੋਰ ਹੁੰਦਾ। ਉਹਨਾਂ ਦਾ ਮੀਨਿੰਗ ਇਹ ਨਹੀਂ ਰਹਿੰਦਾ। ਕੰਪਿਊਟਰ ਦੇ ਵਿੱਚ ਇਹਦਾ ਮਤਲਬ ਕੀ ਹੁੰਦਾ ਉਹ ਥੋੜ੍ਹਾ ਜਿਹਾ ਧਿਆਨ ਨਾਲ ਸੁਣ ਲਓ। ਕੰਪਿਊਟਰ ਦੇ ਵਿੱਚ ਜਿੱਦਾਂ ਬਾਈਟ ਹੁੰਦੀ ਨਾ, ਬਾਈਟ ਇਹ ਮੈਮਰੀ ਦੀ ਬੇਸਿਕ ਯੂਨਿਟ ਆ। ਵੀ 1 ਬਾਈਟ ਦਾ ਮਤਲਬ ਕੀ ਆ 1 ਬਾਈਟ ਮਤਲਬ ਉਹਦੇ ਵਿੱਚ 8 ਅੱਖਰ ਸਟੋਰ ਹੁੰਦੇ ਆ। 1 ਬਾਈਟ ਦੇ ਵਿੱਚ ਆਪਾਂ ਜਿੱਦਾਂ ABCD ਕੰਪਿਊਟਰ ਦੇ 8 ਅੱਖਰ ਲਿਖੇ ਨਾ, ਉਹ 8 ਅੱਖਰਾਂ ਦੀ 1 ਬਾਈਟ ਬਣਦੀ ਹੈ। 1 ਬਾਈਟ ਮੈਮਰੀ ਦੀ ਯੂਨਿਟ ਹੋ ਗਈ। ਜੇ ਵਿੱਚ K ਪੈ ਗਿਆ ਕਿਲੋ ਬਾਈਟ ਬਣ ਗਿਆ। ਉਹਦਾ ਮਤਲਬ ਕੀ ਆ 1024 ਬਾਈਟ। 1 ਕਿਲੋ ਬਾਈਟ ਦਾ ਮਤਲਬ ਕੀ ਆ ਨੋਟ ਕਰ ਲਓ ਵੀ ਕੰਪਿਊਟਰ ਦੀ ਲੈਂਗੁਏਜ 'ਚ 1024 ਬਾਈਟ 1 ਕਿਲੋ ਬਾਈਟ ਦਾ ਮਤਲਬ। 1 ਮੈਗਾਬਾਈਟ ਦਾ ਮਤਲਬ ਕੀ ਆ 1024 ਕਿਲੋ ਬਾਈਟ। 1024 ਕਿਲੋ ਬਾਈਟ 1 ਮੈਗਾਬਾਈਟ ਦਾ ਮਤਲਬ। 1 ਗੀਗਾਬਾਈਟ ਦਾ ਮਤਲਬ ਕੀ ਆ 1024 ਮੈਗਾਬਾਈਟ। 1024 ਮੈਗਾਬਾਈਟ। ਬਸ ਫਰਕ ਕਿੰਨਾ ਕੁ ਪਿਆ ਵੀ ਇਹ 1000 ਨਹੀਂ ਲੈਂਦਾ ਪਿਆ, ਇਹ 24 ਲੈਂਦਾ ਪਿਆ। ਕਿਲੋ ਦੇ ਮੀਨਿੰਗ ਨੂੰ ਨਾ 1000 ਨਹੀਂ ਲਿਆ, 1024 ਲੈਂਦਾ ਪਿਆ ਵਾ। ਠੀਕ ਹੈ। ਇਹ ਓਨਲੀ ਕੰਪਿਊਟਰ ਮੈਮਰੀ ਦੇ ਵਿੱਚ ਯੂਜ਼ ਹੁੰਦੇ ਆ। ਬਾਕੀ ਆਪਾਂ ਜਨਰਲੀ ਸਾਰੇ ਕਿਤੇ ਹੋਰ ਥਾਵਾਂ 'ਤੇ ਕੰਪਿਊਟਰ ਮੈਮਰੀ ਨੂੰ ਛੱਡ ਕੇ ਆਹ ਵਾਲੇ ਹੀ ਪ੍ਰਫਿਕਸ ਜਿਹੜੇ ਆ ਯੂਜ਼ ਕਰਦੇ ਆ ਯੂਨਿਟਸ ਦੇ ਨਾਲ, ਉਹਨਾਂ ਦੀ ਰਿਪਰਜੈਂਟੇਸ਼ਨ ਨੂੰ ਛੋਟਾ ਅਤੇ ਸੌਖਾ ਕਰਨ ਦੇ ਲਈ।
ठीक है जी। नैक्सट सम परफिक्सिज यूजड फॉर ਸਮੋਲ ਮੇਜ਼ਰਮੈਂਟਸ। ਹੁਣ ਇੱਦਾਂ ਵੀ ਹੋ ਸਕਦਾ ਵੀ ਅਸੀਂ 1 ਮੀਟਰ ਤੋਂ ਛੋਟਾ ਕੁਛ ਮੇਜ਼ਰ ਕਰਨਾ ਹੋਵੇ, ਸੈਂਟੀਮੀਟਰਾਂ 'ਚ ਮੇਜ਼ਰ ਕਰਨਾ ਹੋਵੇ, ਕਿਸੇ ਮਾਈਕਰੋ ਆਰਗੈਨਿਜ਼ਮ ਦੇ ਸਾਈਜ਼ ਨੂੰ ਦੇਖਣਾ ਹੋਵੇ, ਮਾਈਕਰੋਮੀਟਰ 'ਚ ਹੋਵੇ, ਅਸੀਂ ਬਹੁਤ ਛੋਟੀ ਮੇਜ਼ਰਮੈਂਟ ਕਰਨੀ ਹੋਵੇ, ਤੇ ਫਿਰ ਅਸੀਂ 1 ਮੀਟਰ ਤਾਂ ਮਤਲਬ ਕੰਪੈਰੀਟਿਵਲੀ ਬਹੁਤ ਲਾਰਜ ਵਾ, ਉਹ ਤੋਂ ਛੋਟੀ ਮੇਜ਼ਰਮੈਂਟ ਲਈ ਵੀ ਅਸੀਂ ਪ੍ਰਫਿਕਸ ਬਣਾਏ ਹੋਏ ਆ। ਉਹ ਪ੍ਰਫਿਕਸ ਕਿਹੜੇ ਕਿਹੜੇ ਆ, ਇਹ ਜ਼ਿਆਦਾ ਯੂਜ਼ ਹੋਣੇ ਆਪਣੇ, ਇਹਨਾਂ ਨੂੰ ਧਿਆਨ ਨਾਲ ਦੇਖਿਓ। ਫਸਟ ਇਜ਼ ਡੈਸੀ, DECI, ਡੈਸੀ। ਇਹਨੂੰ ਕੱਲੀ ਡੀ ਨਾਲ ਰਿਪਰਜੈਂਟ ਕਰਨਾ, ਭੁਲੇਖਾ ਨਹੀਂ ਖਾਣਾ, ਉਧਰ DAC ਇੱਧਰ ਕੱਲੀ ਡੀ ਆ। ਡੈਸੀ ਦਾ ਮਤਲਬ 1/10, 10 ਦੀ ਪਾਵਰ -1 ਦਾ ਮਤਲਬ ਕੀ ਆ, 1/10, ਮਤਲਬ ਮੀਟਰ ਦਾ 1 ਮੀਟਰ ਦਾ 10ਵਾਂ ਹਿੱਸਾ। 1 ਮੀਟਰ ਜਿਹੜੀ ਲੈਂਥ ਆ ਨਾ, ਉਹਦਾ 10ਵਾਂ ਹਿੱਸਾ, ਉਹਨੂੰ ਅਸੀਂ ਕੀ ਬੋਲਦੇ ਹਾਂ, ਡੈਸੀ ਮੀਟਰ। ਜਿੱਦਾਂ ਡੈਸੀਮੀਟਰ ਪਾਇਆ, ਉਹਦਾ ਮਤਲਬ ਕੀ ਆ 1/10 ਮੀਟਰ। 1 ਡੈਸੀਮੀਟਰ ਦਾ ਮਤਲਬ ਕੀ ਆ 1/10 ਮੀਟਰ। 1 ਡੈਸੀਮੀਟਰ ਸਟੈਂਡਸ ਫੋਰ 1/10 ਮੀਟਰ, ਠੀਕ ਹੈ ਜੀ। ਹੁਣ ਡੈਸੀ ਤੋਂ ਬਾਅਦ ਆ ਜਾਂਦਾ ਸੈਂਟੀ। ਸੈਂਟੀ ਦਾ ਮਤਲਬ 1/100, 10 ਦੀ ਪਾਵਰ -2 ਦਾ ਮਤਲਬ ਕੀ ਹੈ 1/10 ਦੀ ਪਾਵਰ 2, ਉਹਦਾ ਮਤਲਬ ਕੀ ਹੈ 1/100। ਸੈਂਟੀ, ਸੈਂਚੁਰੀ ਵਰਡ ਸੁਣਿਆ ਨਾ, ਸੈਂਚੁਰੀ, ਸੈਂਚੁਰੀ ਦਾ ਮਤਲਬ ਕੀ ਹੁੰਦਾ 100, 100। ਇੱਦਾਂ ਹੀ ਸੈਂਟੀ ਦਾ ਮਤਲਬ ਕੀ ਹੈ 1/100। 1 ਸੈਂਟੀਮੀਟਰ, ਇਹਦਾ ਮਤਲਬ ਕੀ ਹੈ 1/100 ਮੀਟਰ। 1 ਸੈਂਟੀਮੀਟਰ ਦਾ ਮਤਲਬ ਕੀ ਹੈ 1/100 ਮੀਟਰ। ਦੈਨ ਨੈਕਸਟ ਇਜ਼ ਦਾ ਮਿਲੀ। ਮਿਲੀ ਬਹੁਤ ਛੋਟਾ ਯੂਨਿਟ ਆ। ਆਪਾਂ ਫੁੱਟੇ ਦੇ ਸਕੇਲ 'ਤੇ ਦੇਖਦੇ ਨਾ ਤੁਸੀਂ, ਮਿਲੀਮੀਟਰ, ਸੈਂਟੀਮੀਟਰ, ਮਿਲੀਮੀਟਰ ਬਣੇ ਹੁੰਦੇ ਆ ਸਕੇਲ ਦੇ ਉੱਤੇ। ਜਿੱਦਾਂ ਸੈਂਟੀਮੀਟਰ ਹੁੰਦੇ, ਉਹਦੇ ਵਿੱਚ ਨਿੱਕੀਆਂ ਨਿੱਕੀਆਂ ਲਾਈਨਾਂ ਹੁੰਦੀਆਂ, ਇਹ ਮਿਲੀਮੀਟਰ 'ਚ ਹੁੰਦੀਆਂ, ਉਹੀ ਮਿਲੀ ਆ। ਇਹ ਮਿਲੀ ਦਾ ਮਤਲਬ ਕੀ ਹੁੰਦਾ 10⁻³ ਛੋਟੀ ਐਮ ਨਾਲ ਰਿਪਰਜੈਂਟ ਕਰਦੇ ਇਹਨੂੰ। 10⁻³ ਜਾਂ ਇਹਨੂੰ ਆਪਾਂ ਇੱਦਾਂ ਬੋਲ ਸਕਦੇ ਹਾਂ 1/1000। 1/1000, 10 ਦੀ ਪਾਵਰ -3 ਥੱਲੇ ਜਾ ਕੇ ਇੱਦਾਂ ਮੰਨ ਲਓ ਨਾ 1/10 ਦੀ ਪਾਵਰ 3, ਉਹਦਾ ਮਤਲਬ ਕੀ 1/1000। ਕਹਿਣ ਦਾ ਮਤਲਬ 1 ਮੀਟਰ ਦਾ 1000ਵਾਂ ਹਿੱਸਾ। 1 ਮੀਟਰ ਦਾ 1000ਵਾਂ ਹਿੱਸਾ। ਜੇ ਤੁਹਾਨੂੰ ਪੁੱਛਦਾ ਕੋਈ ਵੀ 1 ਮੀਟਰ 'ਚ ਕਿੰਨੇ ਮਿਲੀਮੀਟਰ ਆ, 1000 ਮਿਲੀਮੀਟਰ ਆ। 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਆ, 100 ਸੈਂਟੀਮੀਟਰ ਆ। 1 ਮੀਟਰ 'ਚ ਕਿੰਨੇ ਡੈਸੀਮੀਟਰ ਆ, 10 ਡੈਸੀਮੀਟਰ ਆ। 10 ਡੈਸੀਮੀਟਰ 1 ਮੀਟਰ ਦੇ ਬਰਾਬਰ ਆ। 100 ਸੈਂਟੀਮੀਟਰ 1 ਮੀਟਰ ਦੇ ਬਰਾਬਰ ਆ। 1000 ਮਿਲੀਮੀਟਰ 1 ਮੀਟਰ ਦੇ ਬਰਾਬਰ ਆ। ਇਹ ਜ਼ਿਆਦਾਤਰ ਯੂਜ਼ ਹੁੰਦੀਆਂ ਵਾ। ਹੁਣ ਮਾਈਕਰੋ ਲੈਵਲ 'ਤੇ ਇੱਦੋਂ ਵੀ ਥੱਲੇ ਆ ਜਾਈਏ, 1 ਮੀਟਰ ਤੋਂ ਥੱਲੇ ਜਦੋਂ ਆਪਾਂ ਜਾਣਾ ਸ਼ੁਰੂ ਕਰਾਂਗੇ, ਉਹ ਚੀਜ਼ ਸਾਨੂੰ ਮਤਲਬ ਨੰਗੀ ਅੱਖ ਨਾਲ ਦੇਖਣੀ ਔਖੀ ਹੋ ਜੂਗੀ, ਅੱਖ ਨਾਲ ਸਿੱਧੀ ਦੇਖਣੀ ਔਖੀ ਹੋ ਜੂਗੀ, ਠੀਕ ਹੈ ਜੀ। ਸੋ ਹੁਣ ਮਾਈਕਰੋ, ਮਾਈਕਰੋ ਕੀ ਚੀਜ਼ ਹੈ? ਮਾਈਕਰੋ ਦਾ ਮਤਲਬ ਹੁੰਦਾ 10 ਦੀ ਪਾਵਰ -6। ਇਹਦਾ ਮਤਲਬ ਕੀ ਹੈ 1/6 ਜ਼ੀਰੋਆਂ ਪਾ ਲੈਣੀਆਂ, ਕਿੰਨਾ ਹੋ ਗਿਆ? ਮਿਲੀਮੀਟਰ ਤਾਂ ਸੀਗਾ 1 ਮੀਟਰ ਦਾ 1000ਵਾਂ ਹਿੱਸਾ। ਮਾਈਕਰੋਮੀਟਰ ਦਾ ਮਤਲਬ ਕੀ ਹੈ 1 ਮੀਟਰ ਦਾ 10 ਲੱਖਵਾਂ ਹਿੱਸਾ। ਮਤਲਬ 10 ਲੱਖ, 1 ਮੀਟਰ 'ਚ ਆਪਾਂ 10 ਲੱਖ ਨਿਸ਼ਾਨ ਲਾ ਦਈਏ ਛੋਟੇ ਛੋਟੇ, ਉਹਨੂੰ ਅਸੀਂ ਕੀ ਬੋਲਦੇ ਹਾਂ? 1 ਮਾਈਕਰੋਮੀਟਰ। 1 ਮਾਈਕਰੋਮੀਟਰ ਇਜ਼ ਇਕੁਅਲ ਟੂ ਦੀ 10⁻⁻6 ਮੀਟਰਸ, ਠੀਕ ਹੈ ਜੀ। ਸੋ 1 ਮੀਟਰ ਦੇ ਵਿੱਚ ਕਿੰਨੇ ਮਾਈਕਰੋਮੀਟਰ ਹੋਣਗੇ? 10 ਲੱਖ ਮਾਈਕਰੋਮੀਟਰ। 1 ਮੀਟਰ ਦੇ ਵਿੱਚ ਕਿੰਨੇ ਮਾਈਕਰੋਮੀਟਰ ਹੋਣਗੇ? 10 ਲੱਖ ਮਾਈਕਰੋਮੀਟਰ, ਠੀਕ ਹੈ ਜੀ। ਸੋ ਦੈਨ ਨੈਕਸਟ ਇਜ਼ ਦਾ ਨੈਨੋ। ਨੈਨੋ ਜਿਹੜੀ ਟੈਕਨੋਲੋਜੀ ਤੁਸੀਂ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਸੁਣਿਆ ਹੋਊਗਾ। ਨੈਨੋ ਟੈਕਨੋਲੋਜੀ ਨੇ ਅੱਜ ਦੀ ਡੇਟ ਦੇ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਦੋਨੇ ਪ੍ਰੋਫੈਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਸਕੋਪ ਕ੍ਰੀਏਟ ਕੀਤਾ ਹੋਇਆ ਵਾ। ਉਹ ਕਿਵੇਂ ਕ੍ਰੀਏਟ ਕੀਤਾ? ਵੀ ਨੈਨੋ ਟੈਕਨੋਲੋਜੀ ਦੀ ਇੱਕ ਖੂਬੀ ਆ, ਨੈਨੋ ਲੈਵਲ 'ਤੇ ਜਾ ਕੇ ਜਿਹੜੀ ਉਹ ਚੀਜ਼ ਆ, ਉਹਦੀਆਂ ਪ੍ਰੋਪਰਟੀਜ਼ ਬਿਲਕੁਲ ਚੇਂਜ ਹੋ ਜਾਂਦੀਆਂ। ਅਸੀਂ ਲਾਈਟ ਵੇਟ ਚੀਜ਼ਾਂ ਬਣਾ ਪਾਉਂਦੇ ਹਾਂ, ਲਾਈਟ ਵੇਟ ਚੀਜ਼ਾਂ ਬਣਾ ਪਾਉਂਦੇ ਹਾਂ, ਅਤੇ ਸਟਰੈਂਥ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ। ਲਾਈਟ ਵੇਟ ਚੀਜ਼ਾਂ ਵਿਦ ਮੋਰ ਸਟਰੈਂਥ ਨੈਨੋ ਟੈਕਨੋਲੋਜੀ ਦੀ ਹੈਲਪ ਨਾਲ ਹੋ ਰਿਹਾ ਵਾ। ਡਿਫੈਂਸ ਦੇ ਵਿੱਚ ਵੀ ਯੂਜ਼ ਹੁੰਦੀ ਹੈ, ਰਿਸਰਚ ਦੇ ਵਿੱਚ ਵੀ ਯੂਜ਼ ਹੁੰਦੀ ਹੈ। ਡਿਫੈਂਸ ਪਰਪਜ਼ ਲਈ ਵੀ ਯੂਜ਼ ਕਰ ਰਹੇ ਹਾਂ, ਰਿਸਰਚ ਦੇ ਵਿੱਚ ਵੀ ਇਹਦਾ ਬਹੁਤ ਯੂਜ਼ ਆ, ਠੀਕ ਹੈ ਜੀ। ਹੁਣ ਨੈਨੋ ਦਾ ਮਤਲਬ ਕੀ ਹੈ? 10⁻⁹ ਮਤਲਬ 1/10 ਦੀ ਪਾਵਰ 9। ਹੁਣ ਉਹਨੂੰ ਕੀ ਬੋਲਾਂਗੇ? ਵੀ 1 ਮੀਟਰ ਦਾ, ਜਿੱਦਾਂ ਆਪਾਂ ਕਹਿ ਲਈਏ ਨੈਨੋਮੀਟਰ। ਨੈਨੋਮੀਟਰ ਦਾ ਮਤਲਬ ਕੀ ਹੈ? ਨੈਨੋਮੀਟਰ ਦਾ ਮਤਲਬ 1 ਮੀਟਰ ਦਾ 10 ਦੀ ਪਾਵਰ 9ਵਾਂ ਹਿੱਸਾ। ਅਤੇ ਬਹੁਤ ਵੱਡੀ ਰਕਮ ਬਣ ਗਈ, ਤਾਂ 10 ਲੱਖ ਤੋਂ ਵੀ ਗਾਂਹ ਦੀ ਗੱਲ ਹੀ ਬਣ ਗਈ। 10 ਲੱਖ, 1 ਕਰੋੜ, 10 ਕਰੋੜ, 100 ਕਰੋੜ, ਮਤਲਬ 1 ਮੀਟਰ ਦਾ 100 ਕਰੋੜਵਾਂ ਹਿੱਸਾ। 1 ਮੀਟਰ ਦੀ ਆਪਾਂ ਲਾਈਨ ਮਾਰੀ ਨਾ, ਉਹਦੇ ਵਿੱਚ 100 ਕਰੋੜ ਲਾਈਨਾਂ ਨਿੱਕੀਆਂ ਨਿੱਕੀਆਂ ਮਾਰ ਦਈਏ, ਉਹਨੂੰ ਕੀ ਬੋਲਦੇ ਹਾਂ ਅਸੀਂ? 1 ਨੈਨੋਮੀਟਰ। ਮਤਲਬ ਬਹੁਤ ਹੀ ਛੋਟਾ, ਇਹ ਸਾਨੂੰ ਦਿਖਦਾ ਨਹੀਂ ਗਾ। 1 ਨੈਨੋਮੀਟਰ ਕਾਹਦਾ ਸਾਈਜ਼ ਹੁੰਦਾ ਵੈਸੇ? ਜਨਰਲੀ ਐਟਮਸ ਦਾ ਸਾਈਜ਼ ਇਹਦੇ ਵਿੱਚ ਹੁੰਦਾ। ਜਿਹੜੇ ਆਪਾਂ ਐਟਮਸ ਆ ਨਾ, 1 ਨੈਨੋਮੀਟਰ ਤੋਂ ਵੀ ਛੋਟੇ ਹੁੰਦੇ ਆ। ਤੁਸੀਂ ਧਿਆਨ ਨਾਲ ਸੋਚ ਕੇ ਦੇਖੋ ਵੀ 1 ਨੈਨੋਮੀਟਰ ਕਿੱਡਾ ਛੋਟਾ ਹੋਏਗਾ। ਜਿਹੜੇ ਐਟਮਸ ਹੁੰਦੇ ਆ ਨਾ, ਉਹ 1 ਨੈਨੋਮੀਟਰ ਤੋਂ ਵੀ ਛੋਟੀ ਕੁਆਂਟਿਟੀ ਆ। ਸਾਡੀ ਜਿਹੜੀ ਬੋਡੀ ਦੇ ਸੈੱਲ ਵਾ, ਸਕਿਨ ਦਾ ਸੈੱਲ ਜਾਂ ਲੀਵਰ ਦਾ ਸੈੱਲ ਜਾਂ ਆਪਣੇ ਫੇਫੜਿਆਂ ਦੇ ਸੈੱਲ ਵਾ ਜਿਹੜੇ, ਉਹ ਮਾਈਕਰੋਮੀਟਰ 'ਚ ਹੁੰਦੇ ਆ ਜਨਰਲੀ। ਮਾਈਕਰੋਮੀਟਰ ਦੇ ਵਿੱਚ ਉਹਨਾਂ ਦਾ ਸਾਈਜ਼ ਹੁੰਦਾ, ਮਾਈਕਰੋਮੀਟਰ 'ਚ। ਪਰ ਜਿਹੜੇ ਆ ਐਟਮ ਅਤੇ ਮੋਲੀਕਿਊਲਸ ਆ, ਇਹ ਨੈਨੋਮੀਟਰ ਅਤੇ ਐਂਗਸਟਰਮ ਦੇ ਵਿੱਚ ਚਲ ਜਾਂਦੇ ਆ, ਠੀਕ ਹੈ ਜੀ। ਐਂਗਸਟਰਮ ਬਾਰੇ ਵੀ ਅੱਗੇ ਅਸੀਂ ਪੜ੍ਹਾਂਗੇ। ਨੈਨੋਮੀਟਰ ਤੋਂ ਅਗਲਾ ਹੈ ਪੀਕੋਮੀਟਰ। ਪੀਕੋਮੀਟਰ
ਪੀਕੋ ਦਾ ਮਤਲਬ ਕੀ ਹੈ 10⁻⁻12 10⁻⁻12 ਤੇ ਪੀਕੋਮੀਟਰ ਬਹੁਤ ਛੋਟੀ ਕੁਆਂਟੀਟੀ ਆ। ਪੀਕੋਮੀਟਰ ਵੀ ਅਸੀਂ ਐਟੋਮਿਕ ਲੈਵਲ 'ਤੇ ਯੂਜ਼ ਕਰਦੇ ਹਾਂ, ਪੀਕੋਮੀਟਰ ਵੀ ਅਸੀਂ ਐਟੋਮਿਕ ਲੈਵਲ 'ਤੇ ਹੀ ਯੂਜ਼ ਕਰਦੇ ਹਾਂ। ਠੀਕ ਹੈ ਜੀ। ਸੋ ਤੋਂ ਅੱਗੇ ਨੈਕਸਟ ਆਪਾਂ ਕਰਦੇ ਹਾਂ, ਹੁਣ ਤੱਕ ਆਪਾਂ ਪਰਫਿਕਸਿਸ ਪੜ੍ਹੇ ਆ। ਪਰਫਿਕਸਿਸ ਇਹ ਜਿਹੜੇ ਸਾਰੇ ਮੈਂ ਲਿਖੇ ਆ ਇਹਨਾਂ ਨੂੰ ਯਾਦ ਕਰ ਲਓ, ਬਹੁਤ ਹੀ ਯੂਜ਼ ਹੋਣਗੇ ਸਾਡੇ ਅੱਗੇ ਜਾ ਕੇ, ਕੋਈ ਖਾਸ ਨਹੀਂ ਗੇ, ਇਹ ਸਿੰਪਲ ਹੀ ਆ, ਇਹਨਾਂ ਨੂੰ ਯਾਦ ਕਰਨਾ ਨੋਟ ਕਰਕੇ। ਹੁਣ ਅਸੀਂ ਕਰਦੇ ਹਾਂ ਜਿਹੜਾ ਅਸੀਂ SI ਸਿਸਟਮ ਬਣਾਇਆ ਸੀ, ਇੰਟਰਨੈਸ਼ਨਲ ਸਿਸਟਮ, ਉਹਦੇ ਕੀ ਸਾਨੂੰ ਫਾਇਦੇ ਆ। ਸਾਨੂੰ ਜਦ 3 ਸਿਸਟਮ ਕਹੇ ਹੋਏ ਸੀ ਉਹਨਾਂ ਨੇ, CGS, MKS ਅਤੇ FPS, ਅਸੀਂ SI ਕਿਉਂ ਬਣਾਇਆ, SI ਸਿਸਟਮ ਪੂਰੇ ਯੂਨੀਵਰਸ ਦੇ ਵਿੱਚ ਕਿਉਂ ਇੰਟਰਨੈਸ਼ਨਲ ਤੌਰ 'ਤੇ ਲਾਗੂ ਕੀਤਾ ਗਿਆ, ਉਹਦੇ ਕੀ ਫਾਇਦੇ ਆ। ਇਟ ਇਜ਼ ਰੈਸ਼ਨਲ ਸਿਸਟਮ ਆਫ ਯੂਨਿਟਸ। ਰੈਸ਼ਨਲ ਵਰਡ ਦਾ ਮਤਲਬ ਅਸੀਂ ਸਮਝਣਾ ਵਾ, ਇਹ ਰੈਸ਼ਨਲ ਸਿਸਟਮ ਆ। ਰੈਸ਼ਨਲ ਸਿਸਟਮ ਦਾ ਮਤਲਬ ਆ ਵੀ ਇਹਦੇ ਵਿੱਚ ਜਿਹੜੀ 1 ਯੂਨਿਟ ਫੋਰ 1 ਕੁਆਂਟਿਟੀ, ਜੇ ਕੁਆਂਟਿਟੀ ਇੱਕ ਵਾ ਨਾ ਅਤੇ ਉਹਦੇ ਯੂਨਿਟ ਵੀ ਇੱਕੋ ਹੀ ਹੋਊਗੇ। ਜਿੱਦਾਂ ਹੁਣ ਐਨਰਜੀ ਆ, ਐਨਰਜੀ ਦਾ ਕੈਮੀਕਲ ਵੀ ਆ, ਮਕੈਨੀਕਲ ਵੀ ਆ, ਹੀਟ ਵੀ ਆ, ਥਰਮਲ ਵੀ ਆ, ਇਲੈਕਟ੍ਰੀਕਲ ਵੀ ਆ, ਕਈ ਤਰ੍ਹਾਂ ਦੀ ਐਨਰਜੀ ਆ ਨਾ। ਉਹ ਐਨਰਜੀ ਕੁਆਂਟਿਟੀ ਨੂੰ ਇੱਕੋ ਹੀ ਯੂਨਿਟ ਦਊਗਾ, ਦੈਟ ਇਜ਼ ਜਾਊਲ। ਵੱਖਰੇ ਯੂਨਿਟ ਨਹੀਂ ਦਊਗਾ ਵੀ ਅਸੀਂ ਹੀਟ ਐਨਰਜੀ ਮੇਜਰ ਕਰਨ ਚੱਲੇ ਤਾਂ ਕੋਈ ਹੋਰ ਯੂਨਿਟ ਆ, ਅਸੀਂ ਮਕੈਨੀਕਲ ਐਨਰਜੀ ਮੇਜਰ ਕਰਨ ਲੱਗੇ ਤਾਂ ਹੋਰ ਯੂਨਿਟ ਆ, ਇਲੈਕਟ੍ਰੀਕਲ ਐਨਰਜੀ ਮੇਜਰ ਕਰਨ ਲੱਗੇ ਤਾਂ ਕੋਈ ਹੋਰ ਯੂਨਿਟ ਆ। SI ਸਿਸਟਮ ਕਹਿੰਦਾ ਵਾ ਵੀ ਜੇ ਕੁਆਂਟਿਟੀ ਇੱਕ ਵਾ, ਐਨਰਜੀ ਵਾ, ਚਾਹੇ ਉਹ ਕਿਸੇ ਵੀ ਟਾਈਪ ਦੀ ਐਨਰਜੀ ਆ, ਫੋਰ ਐਗਜ਼ਾਮਪਲ ਫੋਰ ਆਲ ਟਾਈਪਸ ਆਫ ਐਨਰਜੀ ਇਟ ਯੂਜ਼ਸ ਜੂਲ ਐਜ਼ ਦਾ ਯੂਨਿਟ। ਠੀਕ ਹੈ ਜੀ। ਸੋ ਸਿੰਗਲ ਕੁਆਂਟਿਟੀ ਸਿੰਗਲ ਯੂਨਿਟ, ਇਹਦਾ ਇਹ ਮਤਲਬ ਫੰਡਾ ਵਾ। SI ਇਜ਼ ਏ ਕੋਹਰੈਂਟ ਸਿਸਟਮ ਆਫ ਯੂਨਿਟ। ਕੋਹਰੈਂਟ ਦਾ ਮਤਲਬ ਕੀ ਆ? ਕੋਹਰੈਂਟ ਦਾ ਮਤਲਬ ਕੀ ਆ ਵੀ SI ਸਿਸਟਮ ਦੇ ਵਿੱਚ ਕੈਲਕੂਲੇਸ਼ਨ ਕਰਨੀ ਬਹੁਤ ਹੀ ਜ਼ਿਆਦਾ ਸੌਖੀ ਆ, ਹੋਰ ਯੂਨਿਟਸ ਡਰਾਈਵ ਕਰਨੀਆਂ ਬਹੁਤ ਹੀ ਜ਼ਿਆਦਾ ਸੌਖੀਆਂ ਵਾ। ਉਹ ਕਿਉਂ ਸੌਖੀਆਂ ਵਾ? ਇਨ SI all derived units can be obtained by dividing and multiplying the basic and supplementary units। ਜਿਹੜੀਆਂ ਆਪਾਂ ਨੂੰ 7 ਯੂਨਿਟਸ ਦਿੱਤੀਆਂ ਨਾ ਇਹਨਾਂ ਨੇ, ਜਿਹੜੀਆਂ ਆਪਾਂ 7 ਫੰਡਾਮੈਂਟਲ ਯੂਨਿਟ ਪੜ੍ਹੀਆਂ ਅਤੇ ਨਾਲ ਉਹਦੇ 2 ਰੇਡੀਅਨ ਅਤੇ ਸਟੀ ਰੇਡੀਅਨ ਪੜ੍ਹੀਆਂ, ਇਹ 7 ਅਤੇ 2 9 ਯੂਨਿਟਸ ਨੂੰ ਯੂਜ਼ ਕਰਕੇ ਅਸੀਂ ਬਾਕੀ ਸਾਰੀਆਂ ਯੂਨਿਟਸ ਨੂੰ ਡਰਾਈਵ ਕਰ ਸਕਦੇ ਹਾਂ ਸਿੰਪਲੀ। ਸਿਰਫ ਸਾਨੂੰ ਕੋਈ ਮਤਲਬ ਨਾਲ ਨੂਮੈਰੀਕਲ ਫੈਕਟਰਸ ਦੀ ਲੋੜ ਨਹੀਂ ਪੈਣੀ, ਨੋ ਨੂਮੈਰੀਕਲ ਫੈਕਟਰ ਇਨ ਮੋਲਡ, ਵੀ ਕਿਤੇ 100 ਨਾਲ ਗੁਣਾ ਕਰੋ, ਕਿਤੇ 1000 ਨਾਲ ਡਿਵਾਈਡ ਕਰੋ, ਇੱਦਾਂ ਦੀ ਕੋਈ ਲੋੜ ਨਹੀਂ ਪੈਣੀ ਜੇਕਰ SI ਸਿਸਟਮ ਨੂੰ ਅਸੀਂ ਯੂਜ਼ ਕਰਾਂਗੇ। ਉਹ ਗੱਲ ਵੱਖਰੀ ਆ ਵੀ ਤੁਹਾਨੂੰ ਨੂਮੈਰੀਕਲ ਦੇ ਵਿੱਚ SI ਸਿਸਟਮ ਦਿੱਤਾ ਨਾ ਹੋਵੇ। ਜੇ SI ਸਿਸਟਮ ਦਿੱਤਾ ਹੋਇਆ ਤੁਹਾਨੂੰ 100 ਨਾਲ ਭਾਗ, 1000 ਨਾਲ ਗੁਣਾ, ਇੱਦਾਂ ਦੀ ਕੋਈ ਗੁਣਾ ਭਾਗ ਦੀ ਲੋੜ ਨਹੀਂ ਪੈਣੀ ਨੂਮੈਰੀਕਲ ਫੈਕਟਰ ਨਾਲ, ਸਿੱਧੀਆਂ ਹੀ ਯੂਨਿਟਸ ਦੀ ਕੈਲਕੂਲੇਸ਼ਨ ਹੋ ਜਾਂਦੀ ਹੈ ਜੇਕਰ SI ਸਿਸਟਮ ਨੂੰ ਅਸੀਂ ਯੂਜ਼ ਕਰਦੇ ਹਾਂ। ਇਸੇ ਕਰਕੇ ਤਾਂ ਬਣਾਇਆ ਗਿਆ ਵਾ। ਠੀਕ ਹੈ ਜੀ। ਸੋ SI ਇਜ਼ ਏ SI is closely related to the CGS system। closely ਲਿਖਣਾ ਇੱਥੇ ਵੀ, closely related to the CGS। SI ਜਿਹੜਾ MKS ਸਿਸਟਮ ਦੇ ਵੀ ਲਾਗੇ ਛਾਗੇ ਹੁੰਦਾ, MKS ਤੋਂ ਤਾਂ ਇਹ ਬਣਿਆ ਹੀ ਆ। CGS ਦੇ ਵਿੱਚ ਈਜ਼ੀਲੀ ਕਨਵਰਟ ਹੋ ਜਾਂਦਾ। ਇਹਦੀ ਜਿਹੜਾ ਚੇਂਜ ਓਵਰ ਟੂ CGS ਸਿਸਟਮ ਇਹਨੂੰ ਕਰਨਾ ਬਹੁਤ ਸੌਖਾ ਵਾ, CGS 'ਚ ਬਦਲਣਾ ਇਹਨੂੰ ਬਹੁਤ ਸੌਖਾ ਵਾ, ਅਤੇ CGS ਨੂੰ ਵੀ SI 'ਚ ਬਦਲਣਾ ਬਹੁਤ ਸੌਖਾ ਵਾ। ਦੈਨ ਨੈਕਸਟ, SI ਇਜ਼ ਏ ਮੈਟ੍ਰਿਕ ਸਿਸਟਮ। ਮੈਟ੍ਰਿਕ ਸਿਸਟਮ ਦਾ ਮਤਲਬ ਕੀ ਆ ਵੀ ਇਹਦੇ ਵਿੱਚ ਕੁਆਂਟੀਟੀਜ਼ ਨੂੰ, ਜਿੱਦਾਂ ਮੀਟਰ ਹੈ, ਕਿਲੋਗ੍ਰਾਮ ਹੈ, ਜਾਂ ਆਪਣੇ ਸੈਕਿੰਡ ਆ, ਉਹਨੂੰ ਆਪਾਂ ਵੱਡਾ ਛੋਟਾ ਰਿਪਰਜੈਂਟ ਕਰਨ ਲਈ ਨਾ 10⁻⁴ ਯੂਜ਼ ਕਰ ਲੈਂਦੇ ਹਾਂ। ਜਿਵੇਂ ਕਿ ਅਸੀਂ 10 ਮੀਟਰ ਨੂੰ ਲਿਖ ਲਿਆ ਸੀਗਾ ਡੈਕਾਮੀਟਰ, 1000 ਮੀਟਰ ਨੂੰ ਲਿਖ ਲਿਆ ਸੀ ਕਿਲੋਮੀਟਰ, ਅਤੇ 1/10 ਮੀਟਰ ਮਤਲਬ ਮੀਟਰ ਦੇ 10ਵੇਂ ਭਾਗ ਨੂੰ ਲਿਖ ਲਿਆ ਸੀਗਾ ਡੈਸੀਮੀਟਰ। ਇੱਦਾਂ ਮਤਲਬ ਸ਼ੋਰਟਕਟਸ ਯੂਜ਼ ਹੋ ਜਾਂਦੇ, ਪਾਵਰ ਆਫ 10 ਯੂਜ਼ ਹੋ ਜਾਂਦੀ ਹੈ। ਠੀਕ ਹੈ ਜੀ। ਇਨ SI ਸਿਸਟਮ ਮਲਟੀਪਲਸ ਐਂਡ ਸਬ ਮਲਟੀਪਲਸ ਕੈਨ ਬੀ ਐਕਸਪ੍ਰੈਸਡ ਐਜ਼ ਦਾ ਪਾਵਰ ਆਫ 10। ਇਹਨੂੰ ਪਾਵਰ ਆਫ 10 ਦੇ ਰੂਪ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ SI ਸਿਸਟਮ ਨੂੰ। ਠੀਕ ਹੈ ਜੀ। ਸੋ ਨੈਕਸਟ ਇਜ਼ ਦਾ ਨੋਨ ਮੈਟ੍ਰਿਕ ਯੂਨਿਟਸ। ਮੈਟ੍ਰਿਕ ਦਾ ਮਤਲਬ ਵਰਡ ਸਮਝ ਆ ਗਿਆ ਤੁਹਾਨੂੰ? ਮੈਟ੍ਰਿਕ ਦਾ ਮਤਲਬ ਕੀ ਹੈ? ਜਿਨ੍ਹਾਂ ਨੂੰ ਅਸੀਂ ਪਾਵਰ ਆਫ 10 ਦੇ ਵਿੱਚ ਉਹਨਾਂ ਦੇ ਵੱਡੀਆਂ ਅਤੇ ਛੋਟੀਆਂ ਕੁਆਂਟੀਟੀਜ਼ ਨੂੰ ਲਿਖ ਸਕੀਏ। ਜਿੱਦਾਂ ਅਸੀਂ ਮੀਟਰ ਦੀ ਬਜਾਏ ਲਿਖਣਾ 1000 ਮੀਟਰ, ਅਤੇ ਉਹਨੂੰ ਅਸੀਂ ਇੱਦਾਂ ਲਿਖ ਦਿੰਦੇ ਹਾਂ 10⁻³ ਮੀਟਰ, ਅਤੇ ਉਹਨੂੰ ਕਿਲੋਮੀਟਰ ਲਿਖ ਦਿੰਦੇ ਹਾਂ। ਉਹ ਸਾਰੀਆਂ ਮੈਟ੍ਰਿਕ ਯੂਨਿਟਸ ਹੁੰਦੀਆਂ। ਜਿੱਦਾਂ ਅਸੀਂ ਗ੍ਰਾਮ ਆ, ਗ੍ਰਾਮ ਨੂੰ ਕਿਲੋਗ੍ਰਾਮ ਲਿਖਣਾ ਹੋਵੇ, ਕਿਲੋਗ੍ਰਾਮ ਨੂੰ ਗ੍ਰਾਮਾਂ 'ਚ ਲਿਖਣਾ ਹੋਵੇ, 1000 ਗ੍ਰਾਮ 10⁻³ ਗ੍ਰਾਮ ਲਿਖ ਦਿੰਦੇ ਹਾਂ। 10 ਦੀ ਪਾਵਰ ਦੇ ਹਿਸਾਬ ਨਾਲ ਜਿਨ੍ਹਾਂ ਨੂੰ ਲਿਖਿਆ ਜਾ ਸਕੇ ਉਹਨਾਂ ਨੂੰ ਬੋਲਦੇ ਆ ਮੈਟ੍ਰਿਕ ਸਿਸਟਮ। ਤੋ ਮੈਟ੍ਰਿਕ ਸਿਸਟਮ ਜਿਹੜਾ ਸਾਡਾ MKS ਅਤੇ CGS ਵੀ ਮੈਟ੍ਰਿਕ ਸਿਸਟਮ ਹੀ ਹੁੰਦਾ ਵਾ। ਨੈਕਸਟ ਇਜ਼ ਦਾ ਨੋਨ ਮੈਟ੍ਰਿਕ ਯੂਨਿਟਸ ਆਫ ਲੈਂਥ। ਹੁਣ ਆਪਾਂ ਨਾ ਇੱਕ ਇੱਕ ਕਰਕੇ ਨੋਨ ਮੈਟ੍ਰਿਕ ਯੂਨਿਟਸ ਪੜ੍ਹਨੀਆਂ, ਜਿਹੜੀਆਂ ਅਲੱਗ ਯੂਨਿਟਸ ਆ ਇਹਨਾਂ ਦੀਆਂ। ਆ ਮੀਟਰ, ਕਿਲੋਮੀਟਰ, ਇਹ ਤਾਂ ਅਸੀਂ ਬਚਪਨ ਤੋਂ ਸੁਣ ਰਹੇ ਹਾਂ। ਮੀਟਰ ਕੀ ਹੈ, ਕਿਲੋਮੀਟਰ ਕੀ ਹੈ, ਸੈਂਟੀਮੀਟਰ ਕੀ ਹੈ, ਮਿਲੀਮੀਟਰ ਕੀ ਹੈ, ਇਹ ਦੇਖੇ ਹੋਏ ਆ ਅਸੀਂ ਕਿਤੇ ਨਾ ਕਿਤੇ। ਹੁਣ ਅਸੀਂ ਅਲੱਗ ਯੂਨਿਟ ਜਿਹੜੀਆਂ ਕਦੀ ਸੁਣੀਆਂ ਨਹੀਂ ਉਹਨਾਂ ਦੀ ਗੱਲ ਕਰਾਂਗੇ। ਨੋਨ ਮੈਟ੍ਰਿਕ ਯੂਨਿਟਸ ਆਫ ਲੈਂਥ। ਬਿੱਗਰ ਯੂਨਿਟਸ, ਬਹੁਤ ਵੱਡੇ ਲੈਵਲ ਦੀਆਂ ਯੂਨਿਟਸ। ਆਪਾਂ ਯੂਨੀਵਰਸ ਦੇ ਵਿੱਚ ਮੇਜਰਮੈਂਟ ਕਰਨੀ ਆ, ਅਰਥ ਦੇ ਸਾਈਜ਼ ਨੂੰ ਕੱਢਣਾ ਵਾ, ਸੂਰਜ ਦੇ ਸਾਈਜ਼ ਨੂੰ ਕੱਢਣਾ, ਧਰਤੀ ਤੋਂ ਸੂਰਜ ਦੀ ਡਿਸਟੈਂਸ ਕੱਢਣੀ ਆ, ਆਪਾਂ ਆਪਣੀ ਗਲੈਕਸੀ ਦਾ ਪੂਰਾ ਸਾਈਜ਼ ਕੱਢਣਾ ਵਾ, ਅਤੇ ਉਹ ਕਾਹਦੇ ਵਿੱਚ ਨਿਕਲਦਾ ਇਹ ਸਾਰੇ ਦੀ ਗੱਲ ਕਰਾਂਗੇ। ਐਸਟਰੋਨੋਮੀਕਲ ਯੂਨਿਟ, ਉਹਦੇ ਲਈ ਯੂਨਿਟਸ ਕਿਹੜੀਆਂ ਯੂਜ਼ ਹੁੰਦੀਆਂ? ਐਸਟਰੋਨੋਮੀਕਲ ਯੂਨਿਟ ਤਾਂ ਹੋਰ ਵੀ ਆ। ਐਸਟਰੋਨੋਮੀਕਲ ਯੂਨਿਟ ਦਾ ਪਹਿਲਾਂ ਮਤਲਬ ਜਾਣਦੇ, ਇਹਦਾ ਮਤਲਬ ਕੀ ਐਸਟਰੋਨੋਮੀਕਲ ਯੂਨਿਟ ਦਾ? ਇਟ ਇਜ਼ ਦਾ ਐਵਰੇਜ ਔਰ ਮੀਨ ਡਿਸਟੈਂਸ ਬਿਟਵੀਨ ਅਰਥ ਐਂਡ ਸਨ।
ਧਰਤੀ ਤੇ ਸੂਰਜ ਵਿਚਲੀ ਐਵਰੇਜ ਦੂਰੀ ਨੂੰ ਕੀ ਬੋਲਿਆ ਜਾਂਦਾ 1 ਐਸਟਰੋਨੋਮੀਕਲ ਯੂਨਿਟ, ਕਿਉਂਕਿ ਆ ਧਰਤੀ ਤੇ ਇਨਸਾਨ ਰਹਿੰਦੇ ਨਾ, ਇਹਨਾਂ ਨੇ ਬਣਾਈਆਂ ਇਹ ਸਾਰੀਆਂ ਯੂਨਿਟਸ। ਧਰਤੀ ਤੇ ਸੂਰਜ ਵਿਚਲੀ ਦੂਰੀ ਨੂੰ ਕੀ ਕਹਿੰਦੇ ਆ 1 ਐਸਟਰੋਨੋਮੀਕਲ ਯੂਨਿਟ, ਵਿਚ ਇਜ਼ ਇਕੁਅਲ ਟੂ ਦੀ 1.496 ਇੰਟੂ 10⁻11 ਮੀਟਰ। 1.496 ਇੰਟੂ 10⁻11 ਮੀਟਰ ਨੂੰ ਅਸੀਂ ਕੀ ਬੋਲਦੇ ਹਾਂ 1 ਐਸਟਰੋਨੋਮੀਕਲ ਯੂਨਿਟ। ਨੈਕਸਟ ਇਜ਼ ਦਾ ਲਾਈਟ ਈਅਰ। ਆ ਸੁਣਨ 'ਚ ਇੱਦਾਂ ਲੱਗਦਾ ਹੋਣਾ ਵੀ ਇਹ ਟਾਈਮ ਦੇ ਯੂਨਿਟ ਆ, ਲਾਈਟ ਦੇ ਨਾਲ ਈਅਰ ਪਾਇਆ, ਈਅਰ ਦਾ ਮਤਲਬ ਤਾਂ ਟਾਈਮ ਹੁੰਦਾ ਵਾ 365 ਦਿਨਾਂ ਦਾ ਜਿਹੜਾ ਸਾਲ ਹੁੰਦਾ, ਪਰ ਲਾਈਟ ਈਅਰ ਦਾ ਇੱਥੇ ਮਤਲਬ ਡਿਸਟੈਂਸ ਦੇ ਯੂਨਿਟ ਆਏ, ਲੈਂਥ ਦੇ ਯੂਨਿਟ ਆ। ਕਿਵੇਂ ਉਹ ਦੇਖਦੇ ਹਾਂ ਅਸੀਂ ਧਿਆਨ ਨਾਲ। ਲਾਈਟ ਈਅਰ ਇਜ਼ ਦਾ ਡਿਸਟੈਂਸ ਟਰੈਵਲਡ ਬਾਈ ਲਾਈਟ ਇਨ ਵੈਕਿਊਮ ਇਨ 1 ਈਅਰ। ਇੱਕ ਸਾਲ ਦੇ ਵਿੱਚ ਲਾਈਟ ਕਿੰਨੀ ਦੂਰੀ ਤੈਅ ਕਰ ਲੈਂਦੀ ਹੈ। ਇੱਕ ਸਾਲ ਦੇ ਵਿੱਚ ਲਾਈਟ ਜਿੱਥੋਂ ਨਿਕਲੀ ਆ ਉੱਥੋਂ ਅੱਗੇ ਤੱਕ ਜਾ ਕੇ ਕਿੰਨੀ ਦੂਰੀ ਤੈਅ ਕਰ ਲੈਂਦੀ ਹੈ, ਡਿਸਟੈਂਸ ਕਿੰਨੀ ਟਰੈਵਲ ਕਰ ਲੈਂਦੀ ਹੈ ਲਾਈਟ ਇਨ 1 ਈਅਰ, ਉਹਨੂੰ ਅਸੀਂ ਕੀ ਬੋਲਦੇ ਹਾਂ 1 ਲਾਈਟ ਈਅਰ। ਠੀਕ ਹੈ ਜੀ, 1 ਲਾਈਟ ਈਅਰ ਇਜ਼ ਇਕੁਅਲ ਟੂ ਦੀ 9.46 ਇੰਟੂ 10⁻15 ਮੀਟਰ। ਲਾਈਟ ਇੱਕ ਸਾਲ ਦੇ ਵਿੱਚ ਕਿੰਨੀ ਦੂਰੀ ਤੈਅ ਕਰਦੀ ਹੈ 9.46 ਇੰਟੂ 10⁻15 ਮੀਟਰ। ਆ ਜਿਹੜਾ 10 ਮੈਂ ਨਾਲ ਪਾਇਆ ਹੋਇਆ ਨਾ, ਇਹਦਾ ਮਤਲਬ ਕੀ ਆ 1 ਦੇ ਮਗਰ 11 ਜ਼ੀਰੋਆਂ, 1 ਦੇ ਮਗਰ 15 ਜ਼ੀਰੋਆਂ, ਇੰਨੇ ਮੀਟਰ, ਮਤਲਬ ਬਹੁਤ ਜ਼ਿਆਦਾ ਵਾ ਦੂਰੀ ਤੈਅ ਕਰਦੀ ਵੀ, ਆ ਵੀ ਬਹੁਤ ਜ਼ਿਆਦਾ ਦੂਰੀ ਹੈ। ਠੀਕ ਹੈ ਜੀ। ਡਿਸਟੈਂਸ ਆਫ ਸਟਾਰਸ ਫਰੋਮ ਅਰਥ ਇਜ਼ ਮੇਜਰਡ ਇਨ ਲਾਈਟ ਈਅਰਸ। ਤੁਹਾਨੂੰ ਪਤਾ ਵੀ ਜਿਹੜੇ ਆਪਣੇ ਯੂਨੀਵਰਸ ਦੇ ਵਿੱਚ ਇੱਕ ਸੋਲਰ ਸਿਸਟਮ ਆ, ਸੋਲਰ ਸਿਸਟਮ ਦੇ ਵਿੱਚ ਆਪਣੇ 8 ਗ੍ਰਹਿ ਵਾ, ਅਤੇ ਇਹ ਗ੍ਰਹਿਆਂ ਤੋਂ ਇਲਾਵਾ ਜਿਹੜੇ ਤਾਰੇ ਆ, ਉਹ ਤਾਰੇ ਸਾਰੇ ਇੱਦੋਂ ਵੀ ਦੂਰ ਆ ਸਾਡੇ ਤੋਂ ਜਿਹੜੇ ਤਾਰੇ ਆ ਉਹ ਮਤਲਬ ਗ੍ਰਹਿਆਂ ਨਾਲੋਂ ਵੀ ਦੂਰ ਆ, ਪਲੈਨਟ ਲਾਗੇ ਆ, ਸਟਾਰਸ ਦੂਰ ਆ। ਸਟਾਰਸ ਦੀ ਦੂਰੀ ਕੱਢਣ ਲਈ ਅਸੀਂ ਕਿਹਨੂੰ ਯੂਜ਼ ਕਰਦੇ ਹਾਂ ਲਾਈਟ ਈਅਰ ਨੂੰ ਯੂਜ਼ ਕਰਦੇ ਹਾਂ। ਸਟਾਰਸ ਦੀ ਧਰਤੀ ਤੋਂ ਦੂਰੀ ਕੱਢਣ ਦੇ ਲਈ ਅਸੀਂ ਕਿਹੜੀ ਯੂਨਿਟ ਯੂਜ਼ ਕਰਦੇ ਹਾਂ ਡਿਸਟੈਂਸ ਦੀ, ਲਾਈਟ ਈਅਰ ਨੂੰ ਯੂਜ਼ ਕਰਦੇ ਹਾਂ। ਠੀਕ ਹੈ ਜੀ। ਸੋ ਨੈਕਸਟ ਇਜ਼ ਦਾ ਸਮੋਲਰ ਯੂਨਿਟਸ ਆਫ ਲੈਂਥ। ਹੁਣ ਛੋਟੀਆਂ ਯੂਨਿਟਸ ਵੀ ਹੋ ਸਕਦੀਆਂ, ਅਸੀਂ ਕਿਸੇ ਮਾਈਕਰੋ ਆਰਗੈਨਿਜ਼ਮ ਦੇ ਸਾਈਜ਼ ਨੂੰ ਕੱਢਣਾ, ਅਸੀਂ ਕਿਸੇ ਵਾਇਰਸ ਦੇ ਸਾਈਜ਼ ਨੂੰ ਕੱਢਣਾ, ਜਿਹੜੇ ਸਾਨੂੰ ਉੱਦਾਂ ਸਿੱਧੇ ਦਿਖਦੇ ਹੀ ਨਹੀਂਗੇ ਅੱਖ ਨਾਲ, ਉਹਨਾਂ ਦੇ ਸਾਈਜ਼ ਨੂੰ ਕੱਢਣਾ। ਉਹਦੇ ਲਈ ਛੋਟੀਆਂ ਯੂਨਿਟਸ ਕਿਹੜੀਆਂ ਹੋਣਗੀਆਂ, ਨੈਨੋਮੀਟਰ ਤੋਂ ਵੀ ਥੱਲੇ ਦੀਆਂ ਯੂਨਿਟਸ ਹੈਗੀਆਂ ਐਂਗਸਟਰਮ। ਐਂਗਸਟਰਮ ਦਾ ਕੀ ਮਤਲਬ ਆ, ਇਹ ਐਟਮ ਦਾ ਸਾਈਜ਼ ਹੁੰਦਾ, ਵੈਸੇ ਸਾਈਜ਼ ਆਫ ਐਟਮ ਇਜ਼ ਮੇਜ਼ਰਡ ਇਨ ਐਂਗਸਟਰਮ। 10⁻−10 10⁻−10 ਪਾਰਟ ਆਫ ਮੀਟਰ। 1 ਮੀਟਰ ਦੇ 10⁻−10ਵੇਂ ਹਿੱਸੇ ਨੂੰ, 10⁻−10ਵੇਂ ਹਿੱਸੇ ਨੂੰ ਕੀ ਬੋਲਦੇ ਆ ਐਂਗਸਟਰਮ ਬੋਲਦੇ ਆ। ਐਂਗਸਟਰਮ ਇਜ਼ ਦਾ 10⁻10 ਮੀਟਰ। ਐਟਮ ਦੇ ਸਾਈਜ਼ ਨੂੰ, ਜਿੱਦਾਂ ਹਰੇਕ ਬੋਡੀ ਐਟਮਸ ਤੋਂ ਬਣੀ ਆ ਨਾ, ਆਪਾਂ ਕੈਮਿਸਟਰੀ ਦੇ ਵਿੱਚ ਜਾਣਦੇ ਹਾਂ ਵੀ ਹਰੇਕ ਜਿਹੜੀ ਵੀ ਚੀਜ਼ ਆ ਉਹ ਐਟਮਸ ਤੋਂ ਬਣੀ ਆ, ਉਹ ਐਟਮ ਦਾ ਜਿਹੜਾ ਸਾਈਜ਼ ਆ ਨਾ ਉਹ ਐਂਗਸਟਰਮ 'ਚ ਨਿਕਲਦਾ। ਅਤੇ ਐਂਗਸਟਰਮ ਬਾਰੇ ਅੰਦਾਜ਼ਾ ਲਾ ਕੇ ਦੇਖੋ ਵੀ 10⁻−10 ਦਾ ਮਤਲਬ ਕੀ ਆ 1/10⁻10। 1/10⁻10 ਨੂੰ ਤੁਸੀਂ ਗਿਣ ਕੇ ਦੇਖਿਓ, ਇਹ ਮਤਲਬ 100 ਕਰੋੜ ਤੋਂ ਵੀ 1000 ਕਰੋੜ ਬਣ ਜਾਣਾ। ਕਹਿਣ ਦਾ ਮਤਲਬ 1 ਮੀਟਰ ਦੀ ਲਾਈਨ 'ਚ ਅਸੀਂ 1000 ਕਰੋੜ ਉਹਦੇ ਹਿੱਸੇ ਕਰ ਲਈਏ, ਉਨਾ ਕੁ ਸਾਈਜ਼ ਹੁੰਦਾ ਇੱਕ ਐਟਮ ਦਾ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡਿਸਟੈਂਸ ਦੇ ਹੋਰ ਛੋਟੇ ਯੂਨਿਟਸ, ਦੈਟ ਇਜ਼ ਫਰਮੀ। ਫਰਮੀ ਦਾ ਮਤਲਬ ਕੀ ਹੈ, ਇਟ ਇਜ਼ ਦਾ 10⁻−15 ਪਾਰਟ ਆਫ ਮੀਟਰ। 10⁻−15 ਇਹ ਤਾਂ ਬਹੁਤ ਜ਼ਿਆਦਾ ਛੋਟਾ ਹੋ ਗਿਆ। ਇਹ ਕਿੱਥੇ ਯੂਜ਼ ਹੋਊਗਾ ਵੀ ਫਰਮੀ ਯੂਜ਼ ਟੂ ਕੈਲਕੂਲੇਟ ਦਾ ਸਾਈਜ਼ ਆਫ ਨਿਊਕਲੀਅਸ। ਹੁਣ ਐਟਮ ਤੋਂ ਵੀ ਛੋਟੀ ਇੱਕ ਚੀਜ਼ ਹੁੰਦੀ ਉਹਦੇ ਅੰਦਰ। ਆਪਾਂ 9ਵੀਂ ਕਲਾਸ ਦੇ ਵਿੱਚ ਪੜ੍ਹਦੇ ਹਾਂ ਰਦਰਫੋਰਡ ਦਾ ਐਕਸਪੈਰੀਮੈਂਟ, ਉਹਨੇ ਦੱਸਿਆ ਸੀ ਵੀ ਐਟਮ ਦੇ ਅੰਦਰ ਨਿਊਕਲੀਅਸ ਹੁੰਦਾ ਵਾ, ਐਟਮ ਦੇ ਅੰਦਰ ਨਿਊਕਲੀਅਸ ਹੁੰਦਾ ਛੋਟਾ ਜਿਹਾ। ਉਹ ਨਿਊਕਲੀਅਸ ਦਾ ਸਾਈਜ਼ ਕੱਚ ਹੁੰਦਾ ਵਾ ਫਰਮੀਜ਼ ਦੇ ਵਿੱਚ ਹੁੰਦਾ, ਨਿਊਕਲੀਅਸ ਦਾ ਸਾਈਜ਼ ਫਰਮੀ ਦੇ ਵਿੱਚ ਹੁੰਦਾ 10⁻−15 ਮੀਟਰ। 1000 ਕਰੋੜ ਤੋਂ ਵੀ ਕਿਤੇ ਗਾਂਹ ਦੀ ਗੱਲ ਹੀ ਚੱਲ ਗਈ ਇਹ। ਠੀਕ ਹੈ ਜੀ। ਸੋ ਇੱਥੇ ਤੱਕ ਅਸੀਂ ਪੜ੍ਹੇ ਆ ਨੋਨ ਮੈਟ੍ਰਿਕ ਯੂਨਿਟਸ ਆਫ ਲੈਂਥ। ਅਗਲੀ ਵੀਡੀਓ ਦੇ ਵਿੱਚ ਅਸੀਂ ਨੋਨ ਮੈਟ੍ਰਿਕ ਯੂਨਿਟਸ ਆਫ ਮਾਸ, ਨੋਨ ਮੈਟ੍ਰਿਕ ਯੂਨਿਟਸ ਆਫ ਟਾਈਮ ਇਹ ਪੜ੍ਹਾਂਗੇ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।